ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹਿਲਾ ਪੰਜਵਾ। ਕਵਣ ਰੂਪ ਤੇਰਾ ਆਰਾਧਾ, ਕਵਣ ਜੋਗ ਕਾਇਆ ਲੈ ਸਾਧਾ, ਕਵਣ ਗੁਣ ਜੋ ਤੁਝ ਲੈ ਗਾਵਾਂ, ਕਵਣ ਬੋਲ ਪਾਰ ਬ੍ਰਹਮ ਰਿਝਾਵਾਂ। ਰਹਾਉ ਕਵਣ ਸੋ ਪੂਜਾ ਤੇਰੀ ਕਰੋ, ਕਵਣ ਸੋ ਬਿਦ ਜਿਤ ਭਵ ਜਲ ਤਰੋ, ਕਵਣ ਤਪ ਜਿਤ ਤਪਿਆ ਹੋਏ, ਕਵਣ ਸੋ ਨਾਮ ਹਉਮੈ ਮਲ ਖੋਏ, ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਜਿਸ ਕਰ ਕਿਰਪਾ ਸਤਿਗੁਰ ਮਿਲੈ ਦਿਆਲ, ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ, ਜਿਸ ਕੀ ਮਾਨ ਲੈ ਸੁਖ ਦਾਤਾ, ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ, ਜਿਸ ਕੀ ਮਾਨ ਲੈ ਸੁਖ ਦਾਤਾ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰਿਓ, ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੁੜ ਕੇ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਦੀ ਮਹਾਨ ਕਿਰਪਾ ਦੇ ਸਦਕਾ ਗੁਰੂ ਕੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬੜੇ ਹੀ ਪਿਆਰ ਸਹਿਤ ਪਾਵਨ ਬਾਣੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਆਪਾਂ ਸਰਵਨ ਕੀਤੇ ਨੇ। ਆਓ ਸਾਧ ਸੰਗਤ ਕੁਝ ਸਮਾਂ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ
ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੀਆਂ ਸੰਗਤਾਂ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਅੱਜ ਦਾ ਪਾਵਨ ਵਿਚਾਰ ਅਧੀਨ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 186 ਅਤੇ 87 ਦੇ ਉੱਪਰ ਸੁਭਾਏਮਾਨ ਹੈ। ਸ਼ਹੀਦਾਂ ਦੇ ਸਿਰਤਾਜ ਪ੍ਰਤੱਖ ਹਰ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਪਾਵਨ ਬਚਨ ਗੌੜੀ ਮਹਿਲਾ ਪੰਜਵਾਂ। ਕਵਣ ਰੂਪ ਤੇਰਾ ਅਰਾਧੋਂ, ਕਵਣ ਜੋਗ ਕਾਇਆ ਲੈ ਸਾਧੋਂ, ਕਵਣ ਗੁਣ ਜੋ ਤੁਝ ਲੈ ਗਾਵੋਂ, ਕਵਣ ਬੋਲ ਪਾਰ ਬ੍ਰਹਮ ਰੀਝਾਵੋਂ। ਰਹਾਉ। ਸਾਧ ਸੰਗਤ, ਇਸ ਪਾਵਨ ਸ਼ਬਦ ਦੇ ਅੰਦਰ ਦੋ ਰਹਾਉ ਦੇ ਬੰਦ ਹਨ। ਪਹਿਲੇ ਰਹਾਉ ਦੇ ਬੰਦ ਵਿੱਚ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਹੇ ਪ੍ਰਭੂ ਜੀ, ਤੇਰੇ ਗੁਣ ਬਹੁਤ ਸਾਰੇ ਨੇ, ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ, ਮੈਂ ਰਸਨਾ ਤੋਂ ਕੈਸੇ ਬੋਲ ਬੋਲਾਂ ਕਿ ਤੂੰ ਪ੍ਰਸੰਨ ਹੋ ਜਾਏ, ਮੇਰੇ ਤੇ ਖੁਸ਼ ਹੋਵੇਂ। ਇਹ ਪਹਿਲੇ ਰਹਾਉ ਦੇ ਬੰਦ ਵਿੱਚ ਸਵਾਲ ਹੈ। ਤੇ ਸਾਧ ਸੰਗਤ, ਜਦੋਂ ਆਪਾਂ ਸੰਸਾਰ ਦੇ ਅੰਦਰ ਵੇਖਦੇ ਆ, ਸੰਸਾਰ ਦੇ ਅੰਦਰ ਬਹੁਤ ਸਾਰੇ ਲੋਕ ਵੱਖ-ਵੱਖ ਧਰਮ ਕਰਮ ਕਰ ਰਹੇ ਨੇ। ਜੇ ਪੁੱਛੀਏ ਵੀ ਇਹ ਕਾਹਦੇ ਲਈ, ਤੇ ਸਾਰਿਆਂ ਦਾ ਇੱਕੋ ਹੀ ਜਵਾਬ ਹੈ ਕਿ ਐਸਾ ਅਸੀਂ ਤਾਂ ਕਰ ਰਹੇ ਹਾਂ ਕਿ ਅਸੀਂ ਪਰਮੇਸ਼ਰ ਨੂੰ ਭਾ ਜਾਈਏ, ਚੰਗੇ ਲੱਗੀਏ। ਤੇ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਰੱਬ ਦੇ ਨਾਂ ਤੇ ਬਹੁਤ ਸਾਰੇ ਧਰਮ ਕਰਮ ਕੀਤੇ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਪੁਰਾਤਨ ਸਮੇਂ ਤੋਂ ਚੱਲੇ ਆ ਰਹੇ ਕਰਮਾਂ ਦਾ ਜ਼ਿਕਰ ਮਹਾਰਾਜ ਨੇ ਵਾਰ-ਵਾਰ ਕੀਤਾ ਹੈ। ਬੇਅੰਤ ਐਸੇ ਕਰਮ ਨੇ ਜਿਹੜੇ ਰੱਬ ਦੇ ਨਾਂ ਹੇਠ ਕੀਤੇ ਜਾਂਦੇ, ਵੀ ਆਹ ਕਰਮ ਕੀਤਿਆਂ ਰੱਬ ਖੁਸ਼ ਹੋ ਜਾਂਦਾ ਹੈ, ਆਹ ਕਰਮ ਕਰਾਂਗੇ ਰੱਬ ਦੀ ਪ੍ਰਸੰਨਤਾ ਮਿਲੇਗੀ, ਖੁਸ਼ੀ ਮਿਲੇਗੀ। ਉਦਾਹਰਨ ਦੇ ਲਈ ਆਸਾ ਕੀ ਵਾਰ ਦੇ ਬੋਲ ਆਪਾਂ ਹੁਣੇ ਸਰਵਨ ਕਰ ਰਹੇ ਸਾਂ, ਤੇ ਉਹਨਾਂ ਪਾਵਨ ਬਚਨਾਂ ਦੇ ਅੰਦਰ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ, ਬਹੁਤ ਸਾਰੇ ਲੋਕ ਕੀ ਕਰਦੇ ਨੇ, ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੋਵੇ ਜੀਆ ਆਪਣਾ ਕੀਆ। ਕਹਿਣ ਲੱਗੇ, ਬਹੁਤ ਸਾਰੇ ਲੋਕ ਤੀਰਥਾਂ ਤੇ ਭਰਮਣ ਕਰ ਰਹੇ ਨੇ, ਬਹੁਤ ਸਾਰੇ ਲੋਕ ਨੰਗੇ ਪੈਰ ਤੁਰੇ ਫਿਰਦੇ ਨੇ, ਤੇ ਬਹੁਤੇ ਲੋਕਾਂ ਨੇ ਸਾਧ ਸੰਗਤ ਤਨ ਦੇ ਉੱਪਰ ਪਾਏ ਬਸਤਰ ਲਾ ਦਿੱਤੇ ਕਿ ਸ਼ਾਇਦ ਬਸਤਰ ਲਾ ਕੇ ਨੰਗੇ ਹੋ ਕੇ ਘੁੰਮਾਂਗੇ ਤੇ ਸ਼ਾਇਦ ਰੱਬ ਖੁਸ਼ ਹੋ ਜਾਏ। ਕਈਆਂ ਨੇ ਸਾਧ ਸੰਗਤ ਆਪਣੇ ਸਿਰ ਦੇ ਕੇਸ ਜਿਹੜੇ ਸਨ ਉਹਨਾਂ ਨੂੰ ਮੁਨਾ ਦਿੱਤਾ, ਆਖਿਆ ਸ਼ਾਇਦ ਐਸਾ ਕਰਨ ਦੇ ਨਾਲ ਪਰਮੇਸ਼ਰ ਖੁਸ਼ ਹੋ ਜਾਏ, ਰੱਬ ਸਾਡੇ ਤੇ ਦਿਆਲ ਹੋਵੇ। ਸਾਧ ਸੰਗਤ, ਕਈਆਂ ਮਨੁੱਖਾਂ ਨੇ ਆਪਣੇ ਸਿਰ ਦੇ ਕੇਸਾਂ ਦੀਆਂ ਜਟਾਵਾਂ ਬਣਾ ਲਈਆਂ, ਬਹੁਤ ਲੰਬੇ ਲੰਬੇ ਕੇਸ ਵਧਾ ਲਏ, ਜਟਾਧਾਰੀ ਸਾਧ ਬਣ ਕੇ ਬੈਠੇ ਹੋਏ ਨੇ। ਉਹਨਾਂ ਨੂੰ ਪੁੱਛੀਏ ਵੀ ਤੁਸੀਂ ਐਸਾ ਕਿਉਂ ਕੀਤਾ, ਉਹਨਾਂ ਦਾ ਵੀ ਜਵਾਬ ਹੋਏਗਾ
ਕਿ ਐਸਾ ਅਸੀਂ ਤਾਂ ਕਰ ਰਹੇ ਹਾਂ ਕਿ ਰੱਬ ਨੂੰ ਅਸੀਂ ਚੰਗੇ ਲੱਗੀਏ, ਭਾ ਜਾਈਏ, ਪਰਮੇਸ਼ਰ ਸਾਡੇ ਤੇ ਖੁਸ਼ ਹੋਵੇਗਾ। ਤੇ ਸਾਧ ਸੰਗਤ ਕਈ ਮਨੁੱਖਾਂ ਨੇ ਰੱਬ ਦੀ ਖੁਸ਼ੀ ਲੈਣ ਵਾਸਤੇ ਘਰ ਦਾ ਤਿਆਗ ਕਰ ਦਿੱਤਾ, ਪਰਿਵਾਰ ਛੱਡ ਦਿੱਤੇ, ਬੱਚੇ ਛੱਡ ਦਿੱਤੇ, ਤੇ ਸਾਧ ਸੰਗਤ ਜੰਗਲਾਂ ਦੇ ਵਿੱਚ ਜਾ ਕੇ ਬਹਿ ਗਏ, ਕੰਦ ਮੂਲ ਦਾ ਆਹਾਰ ਕਰਨ ਲੱਗੇ, ਗੁਫਾਵਾਂ ਦੇ ਵਿੱਚ ਵੜ ਕੇ ਬਹਿ ਗਏ, ਤੇ ਕਈਆਂ ਨੇ ਕੰਨ ਪਾੜ ਕੇ ਮੁੰਦਰਾਂ ਪਾ ਲਈਆਂ, ਭਗਵੇ ਭੇਸ ਬਣਾ ਲਏ, ਘਰ ਘਰ ਜਾ ਕੇ ਭਿੱਖਿਆ ਮੰਗ ਕੇ ਗੁਜ਼ਾਰਾ ਕਰਨ ਲੱਗੇ। ਤੇ ਪੁੱਛਿਆ, ਭਾਈ ਐਸਾ ਕਿਉਂ ਕੀਤਾ? ਭਰਥਰੀ ਵਰਗੇ ਰਾਜਿਆਂ ਨੇ ਵੇਖੋ ਰਾਜ ਭਾਗ ਛੱਡ ਦਿੱਤੇ, ਸਾਰਾ ਕੁਝ ਛੱਡ ਕੇ ਜੋਗੀ ਬਣ ਗਏ, ਕਈ ਤਰ੍ਹਾਂ ਦੇ ਆਸਨ ਕਰਨੇ ਸ਼ੁਰੂ ਕਰ ਦਿੱਤੇ। ਜੇ ਪੁੱਛੀਏ ਐਸਾ ਕਿਉਂ ਕਰ ਰਹੇ ਹੋ, ਤੇ ਜਵਾਬ ਇੱਕੋ ਹੀ ਮਿਲੇਗਾ ਕਿ ਐਸਾ ਤਾਂ ਕਰ ਰਹੇ ਹਾਂ ਕਿ ਰੱਬ ਸਾਡੇ ਤੇ ਪ੍ਰਸੰਨ ਹੋ ਜਾਏ, ਖੁਸ਼ ਹੋ ਜਾਏ। ਤੇ ਸਾਧ ਸੰਗਤ ਇਸ ਤਰ੍ਹਾਂ ਦੇ ਅਨੇਕਾਂ ਹੀ ਕਰਮ ਜਿਹੜੇ ਨੇ ਉਹ ਮਨੁੱਖਤਾ ਵੱਲੋਂ ਕੀਤੇ ਗਏ। ਤੇ ਮਹਾਰਾਜ ਕਹਿੰਦੇ ਨੇ ਐਸੇ ਅਨੇਕਾਂ ਕਰਮ ਕਰਦਿਆਂ ਹੋਇਆਂ ਮਨੁੱਖ ਜਿਹੜੇ ਸਨ ਭਰਮਾਂ ਦੇ ਵਿੱਚ ਪੈ ਗਏ, ਭੁਲੇਖਿਆਂ ਦੇ ਵਿੱਚ ਪੈ ਗਏ, ਉਹ ਰੱਬ ਦੇ ਨੇੜੇ ਹੋਣ ਦੀ ਥਾਵੇਂ ਦੂਰ ਹੋ ਗਏ, ਕਿਉਂਕਿ ਬਹੁਤ ਸਾਰੇ ਫੋਕਟ ਕਰਮ ਜਿਹੜੇ ਲੋਕ ਕਰ ਰਹੇ ਸਨ। ਮਹਾਰਾਜ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਮ੍ਰਿਤਾਨ ਕੋ ਪੂਜਣ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਹਿਣ ਲੱਗੇ ਝੂਠੀ ਕਿਰਿਆ ਦੇ ਵਿੱਚ ਸਾਰਾ ਸੰਸਾਰ ਉਰਜਿਆ ਹੋਇਆ ਹੈ, ਭਗਵਾਨ ਦਾ ਭੇਦ ਕਿਸੇ ਪਾਇਆ ਹੀ ਨਹੀਂ। ਤੇ ਸਤਿਗੁਰੂ ਅੱਜ ਦੇ ਵਿਚਾਰ ਅਧੀਨ ਸ਼ਬਦ ਵਿੱਚ ਵੀ ਇਹੋ ਹੀ ਬਖਸ਼ਿਸ਼ ਕਰ ਰਹੇ ਨੇ, ਕਵਣ ਗੁਣ ਜੋ ਤੁਝ ਲੈ ਗਾਵੋ। ਮਹਾਰਾਜ ਤੇਰੇ ਗੁਣ ਬਹੁਤ ਨੇ, ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ ਕਿ ਤੂੰ ਮੇਰੇ ਤੇ ਪ੍ਰਸੰਨ ਹੋ ਜਾਏ। ਕਵਣ ਬੋਲ ਪਾਰ ਬ੍ਰਹਮ ਰਿਝਾਵੋ, ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਮੈਂ ਰਸਨਾ ਤੋਂ ਕਿਹੜਾ ਬੋਲ ਬੋਲਾਂ ਕਿ ਪਾਰ ਬ੍ਰਹਮ ਮੇਰੇ ਤੇ ਰੀਝ ਜਾਏ, ਖੁਸ਼ ਹੋਵੇ। ਤੇ ਸਾਧ ਸੰਗਤ ਇਸ ਕਰਕੇ ਪਰਮੇਸ਼ਰ ਨੂੰ ਰਿਝਾਉਣ ਵਾਸਤੇ ਬੇਅੰਤ ਨਾਮ ਜਿਹੜੇ ਨੇ ਪਰਮੇਸ਼ਰ ਦੇ ਉਹ ਲਏ ਜਾਂਦੇ ਨੇ। ਆਪਾਂ ਵੇਖਦੇ ਦੁਨੀਆ ਅੰਦਰ ਹਰ ਇੱਕ ਧਰਮ ਨੇ ਆਪਣਾ ਵੱਖਰਾ ਨਾਮ ਈਜਾਦ ਕੀਤਾ ਹੋਇਆ ਕਿ ਇਸ ਨਾਮ ਨਾਲ ਤੁਸੀਂ ਰੱਬ ਨੂੰ ਯਾਦ ਕਰਨਾ ਹੈ ਤੇ ਤਾਂ ਤੁਹਾਡੇ ਤੇ ਪ੍ਰਸੰਨ ਹੋਏਗਾ। ਜੇ ਇਸਲਾਮ ਦੀ ਗੱਲ ਕਰੀਏ ਤੇ ਇਸਲਾਮ ਦੇ ਅੰਦਰ ਤਸਬੀਹ ਜਿਹੜੀ ਉਹ ਫੇਰਨ ਦਾ ਰਿਵਾਜ ਹੈ ਤੇ ਤਸਬੀਹ ਦੇ 101 ਮਣਕੇ ਨੇ ਤੇ ਸਾਧ ਸੰਗਤ 101 ਮਣਕੇ ਦੇ ਉੱਪਰ ਪਰਮੇਸ਼ਰ ਦੇ ਵੱਖਰੇ ਵੱਖਰੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ। ਜਦੋਂ ਹਰ ਇੱਕ ਮਣਕਾ ਅੱਗੇ ਤੁਰਦਾ ਹੈ ਤੇ ਰੱਬ ਦਾ ਪਰਮੇਸ਼ਰ ਦਾ ਵੱਖਰਾ ਵੱਖਰਾ ਨਾਮ ਉਹਨਾਂ ਵੱਲੋਂ ਉਚਾਰਿਆ ਜਾਂਦਾ ਹੈ। ਉਹ ਸੋਚਦੇ ਕਿ ਐਸਾ ਕਰਨ ਦੇ ਨਾਲ ਅੱਲਾ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੋਏਗਾ। ਇਸੇ ਤਰ੍ਹਾਂ ਬੇਅੰਤ ਨਾਮ ਪਰਮੇਸ਼ਰ ਦੇ ਮਨੁੱਖਾਂ ਵੱਲੋਂ ਜਪੇ ਜਾਂਦੇ ਨੇ। ਮਹਾਰਾਜ ਬਾਣੀ ਵਿੱਚ ਕਹਿੰਦੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅੱਲਾਹ। ਕਹਿੰਦੇ ਕੋਈ ਅੱਲਾ ਕਹਿ ਕੇ ਯਾਦ ਕਰਦਾ ਹੈ, ਕੋਈ ਉਹਨੂੰ ਗੁਸਾਈ ਕਹਿੰਦਾ ਏ, ਕੋਈ ਖੁਦਾ ਕਹਿੰਦਾ, ਕੋਈ ਰਾਮ ਕਹਿ ਰਿਹਾ, ਕੋਈ ਰਹੀਮ ਕਹਿ ਰਿਹਾ ਏ, ਕੋਈ ਵਾਹਿਗੁਰੂ ਕਹਿ ਕੇ ਯਾਦ ਕਰ ਰਿਹਾ ਏ, ਕੋਈ ਅੱਲਾ ਅੱਲਾ ਜਪੀ ਜਾਂਦਾ ਏ। ਹਰ ਇੱਕ ਦੇ ਮਨ ਦੇ ਵਿੱਚ ਭਾਵਨਾ ਇਹੋ ਹੀ ਹੈ ਕਿ ਇਹ ਨਾਮ ਜਿਹੜਾ ਮੈਂ ਜਪਦਾ ਸ਼ਾਇਦ ਇਹਦੇ ਨਾਲ ਮੇਰੇ ਤੇ ਵਾਹਿਗੁਰੂ ਪ੍ਰਸੰਨ ਹੋਵੇ। ਮਹਾਰਾਜ ਇੱਥੇ ਕਿਰਪਾ ਕਰ ਰਹੇ ਨੇ, ਕਵਣ ਬੋਲ ਪਾਰ ਬ੍ਰਹਮ ਰਿਝਾਵੋ। ਕਹਿੰਦੇ ਮੈਂ ਰਸਨਾ ਤੋਂ ਕਿਹੜਾ ਬੋਲ ਬੋਲਾਂ
तेरा केड़ा नाम लवां कि तू मेरे ते रीझ जावें, खुश हो जाए, प्रसन्न हो जाए। ते शब्द दे पहले बंद विच बख्शिश कर रहे ने, कवन रूप तेरा आराधा। कहते महाराज मैं तेरे केड़े रूप की आराधना करा। ते परमेश्वर दा ते कोई रूप है ही नहीं, ओदा कोई खास रूप नहीं, ओदा कोई रंग नहीं है, कोई चैन चक्कर नहीं है। इस करके केड़े रूप की आराधना कीती जाए। तो जिमें जिमें लोकां नूं समझ आई उवें उवें उन्हां ने परमात्मा नूं रूप मान कर लिया। उवें उवें जिन्नी जिन्नी किसी नूं समझ सी, किसी ने उन्होंने एक मूर्त दे विच चितरिया। किसी ने आखिया वो मक्के विच बैठा होया है, किसी ने आखिया वो दखण दे विच रहिंदा, किसी ने पश्चिम दे विच रहण दी गल कीती। बाणी दे विच जिक्र मिलदा है, कोई इस गल ते जोर दे रहा है कि दखण देश हरी का बासा, कि वो ते केवल दखण विच रहिंदा है, ਉਹਦਾ रूप इस तरह का है। किसी ने आख्या पश्चिम अल्लाह मुकामा, किसी आख्या पश्चिम दे विच रहिंदा है, ਉਹਦਾ रूप आ जे। वखरे वखरे रूप रब दे बयान कीते, पर सतगुरु कहन लगे रब दा रूप जिहड़ा कोई खास है नहीं, ਉਹਦਾ कोई चक्कर चेन नहीं है। ते महाराज दुनिया ने ते बड़े रूप बयान कीते ने, तुसी किरपा करके दसो मैं किहड़े रूप की आराधना करा कि तुसी मेरे ते प्रसन्न हो जाओ। कवन जोग काया ले साधा। जोग साध संगत जोग मत जिहड़ा है ना, हिंदुस्तान की धरती ते किसे टाइम इहदा बहुत ज़्यादा प्रभाव पै गया। इन्ना प्रभाव पिया कि भरथरी वर्गे राजे भी राज भाग छड्ड के जोगी बन गए। हिंदुस्तान दे अंदर गोरख दा मछंदर दा ऐसा प्रभाव सी, उन्हां दे नां ते शहर वस गए। नेपाल दे विच बहुत सारे लोग गोरख नूं मन्नण लगे, जिन्हां नूं आपां गोरखे कहने हां। यूपी दे विच गोरखपुर नां दे शहर वसे। हुण जोग ने जिहड़े उन्होंने कई आसन दसे, कई जुगतियां दसियां कि ये आसन तुसी करोगे, ये जुगती दे द्वारा तुसी परमेश्वर नूं रिझा सकदे हो, प्रसन्न कर सकदे हो, तुसी काया नूं सोध सकदे हो। ते विशेष तौर ते 84 आसन जिहड़े सन जोगियां ने दसे। ते पंचम पातशाह जी दा एक पावन बचन है, जोग सिद्ध आसन 84 ए पी कर कर रहया, वड्डी आरजा फिर जन्मे, हर स्यों संग न गहिया। कहंदे जोगियां वाले 84 आसन भी कर करके वेखे, ਇਹਦੇ ਨਾਲ ਉਮਰ ਵਿੱਚ ਤੇ ਵਾਧਾ ਹੋ ਗਿਆ। ਪ੍ਰਾਣਾਯਾਮ ਕਰਕੇ 84 ਆਸਨ ਕਰਕੇ ਸਰੀਰ ਦੇਹੀ ਤੇ ਤੰਦਰੁਸਤ ਹੋ ਗਈ, ਪਰ ਹਉਮੈ ਹੋਰ ਵੱਧ ਗਈ, ਹੰਕਾਰ ਹੋਰ ਵੱਧ ਗਿਆ, ਪਰਮੇਸ਼ਰ ਦੇ ਚਰਨਾਂ ਨਾਲ ਬਣ ਨਹੀਂ ਆਈ। ਇਸ ਕਰਕੇ ਗੁਰਦੇਵ ਦੇ ਪਾਵਨ ਬਚਨ ਨੇ ਜੋਗੀਆਂ ਦੇ ਪਰਥਾਏ ਸਤਿਗੁਰੂ ਨੇ ਜਪ ਬਾਣੀ ਦੇ ਵਿੱਚ ਵੀ ਸਮਝਾਇਆ ਹੈ। मुंदा संतोख श्रमपत झोली, ध्यान की करें विभूत, खिंथा काल, कुआरी काया जुगत डंडा प्रतीत। कहंदे ये सारे चिन्ह तुसी धारण जिहड़े जोग दे कीते ने, इन्हां चिन्हां नाल रब नहीं जे मिलना। संतोख दियां मुंदरां पाओ, श्रमपत झोली, मेहनत नूं अपना खप्पर बनाओ। इस तरह गुरदेव ने बड़े प्यार दे नाल उन्हां जोगियां नूं समझाया जिहड़े घर बार छड्ड के मंग खा के गुजारा करन वाले सन। इत्थे महाराज बख्शिश कर रहे ने, कवन जोग काया लै साधों। कहंदे जोग दी ओह किहड़ी जुगती है, किहड़ा आसन है जिहदे नाल मैं अपनी काया नूं साध लवां, अपने विकारां नूं वस विच कर लवां।
ਗ੍ਰਹਿ ਤਜ ਬਣ ਖੰਡ ਜਾਈਏ ਚੁਣ ਖਾਈਏ ਕੰਧਾ। ਕਹਿੰਦੇ ਸਾਰਾ ਕੁਝ ਘਰ-ਬਾਰ ਛੱਡ ਦਿੱਤਾ, ਜੰਗਲਾਂ ਵਿੱਚ ਜਾ ਕੇ ਬਹਿ ਗਏ, ਕੰਦ ਮੂਲ ਖਾਣ ਲੱਗ ਪਏ। ਅਜੋ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ, ਪਰ ਵਿਕਾਰਾਂ ਨੇ ਖਹਿੜਾ ਫਿਰ ਵੀ ਨਹੀਂ ਛੱਡਿਆ, ਵਿਕਾਰਾਂ ਨੇ ਖਹਿੜਾ ਨਹੀਂ ਛੱਡਿਆ। ਇਸ ਕਰਕੇ ਜੋਗੀਆਂ ਦਾ ਇਤਿਹਾਸ ਪੜ੍ਹੋਗੇ ਤਾਂ ਪਤਾ ਲੱਗੇਗਾ ਕਿ ਮਛੰਦਰ ਨਾਥ ਨੇ ਵੱਡੀ ਉਮਰ ਦੇ ਵਿੱਚ ਜਾ ਕੇ ਇੱਕ ਵੇਸਵਾ ਨਾਲ ਵਿਆਹ ਕਰਵਾ ਲਿਆ, ਉਹਦੀ ਕੁੱਖੋਂ ਇੱਕ ਪੁੱਤਰ ਵੀ ਪੈਦਾ ਹੋਇਆ। ਜਦੋਂ ਗੋਰਖ ਨੂੰ ਪਤਾ ਲੱਗਾ ਤੇ ਲੋਕਾਂ ਨੇ ਆਖਿਆ ਤੁਸੀਂ ਸਾਰੀ ਉਮਰ ਇਹ ਉਪਦੇਸ਼ ਦਿੰਦੇ ਰਹੇ ਹੋ ਕਿ ਗ੍ਰਸਤ ਨਹੀਂ ਕਰਨਾ, ਗ੍ਰਸਤ ਤੋਂ ਦੂਰ ਰਹਿਣਾ, ਪਰ ਤੁਹਾਡਾ ਆਗੂ ਤੇ ਆਪ ਵਿਆਹ ਕਰਾ ਕੇ ਬੈਠਾ, ਉਹਦੇ ਤੇ ਘਰ ਪੁੱਤਰ ਵੀ ਪੈਦਾ ਹੋ ਗਿਆ। ਕਹਿੰਦੇ ਗੋਰਖ ਨੂੰ ਬੜਾ ਗੁੱਸਾ ਆਇਆ, ਉਹਨੇ ਜਾ ਕੇ ਮਛੰਦਰ ਨਾਥ ਤੇ ਹਮਲਾ ਕਰ ਦਿੱਤਾ, ਉਸ ਪੁੱਤਰ ਨੂੰ ਵੀ ਮਾਰ ਦਿੱਤਾ। ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਮਿਲਦੀਆਂ ਨੇ। ਭਾਵ ਕਿ ਇਹਨਾਂ ਚੀਜ਼ਾਂ ਤੋਂ ਮੁਕਤ ਨਹੀਂ ਹੋ ਸਕੇ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਮੈਂ ਕਿਹੜੇ ਆਸਨ ਦੇ ਨਾਲ ਆਪਣੀ ਦੇਹ ਨੂੰ ਸੋਧਾਂ, ਕਿਵੇਂ ਮਿਲਾਂ ਤੈਨੂੰ ਵਾਹਿਗੁਰੂ। ਸ਼ਬਦ ਦੇ ਤੀਸਰੇ ਬੰਦ ਅੰਦਰ ਫਿਰ ਬਖਸ਼ਿਸ਼ ਕਰਦੇ ਨੇ, ਕਵਣ ਸੋ ਪੂਜਾ ਤੇਰੀ ਕਰੋ। ਕਹਿੰਦੇ ਮੈਂ ਤੇਰੀ ਪੂਜਾ ਕਿਹੜੇ ਢੰਗ ਨਾਲ ਕਰਾਂ। ਹੁਣ ਪੂਜਾ ਦੀਆਂ ਬੜੀਆਂ ਵਿਧੀਆਂ ਨੇ, ਆਪਾਂ ਵੇਖਦੇ ਹਾਂ ਲੋਕ ਬਹੁਤ ਸਾਰੀ ਸਮੱਗਰੀ ਇਕੱਠੀ ਕਰਕੇ ਬਹੁਤ ਵਿਧੀ ਨਾਲ ਪੂਜਾ ਕਰਦੇ ਨੇ, ਤੇ ਸਾਧ ਸੰਗਤ ਪੂਜਾ ਕਰਦਿਆਂ ਕਰਦਿਆਂ ਆਪਾਂ ਵੇਖਦੇ ਕਈ ਬੇਸ਼ੁਮਾਰ ਕੀਮਤੀ ਚੀਜ਼ਾਂ ਦੀ ਆਹੂਤੀ ਦਿੱਤੀ ਜਾਂਦੀ ਹੈ, ਜਿਹੜੀਆਂ ਸਾਡੇ ਖਾਣ ਲਈ ਬਣੀਆਂ ਸਨ, ਪਹਿਨਣ ਲਈ, ਪੀਣ ਲਈ, ਸਾਰੀਆਂ ਵਿਅਰਥ ਗਵਾ ਦਿੱਤੀਆਂ ਜਾਂਦੀਆਂ ਨੇ ਚੀਜ਼ਾਂ। ਇਸ ਕਰਕੇ ਕਿਸੇ ਪੂਜਾ ਕਰ ਰਹੇ ਹਾਂ ਤੇ ਮਹਾਰਾਜ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਕਹਿੰਦੇ ਵਿਅਰਥ ਦੇ ਕੰਮਾਂ ਵਿੱਚ ਨਾ ਲੱਗੋ ਭਾਈ। ਪੂਜਾ ਦੇ ਨਾਂ ਤੇ ਬਹੁਤ ਸਾਰੇ ਕਰਮ ਕਾਂਡ ਹੋ ਰਹੇ ਨੇ। ਭਗਤ ਰਾਮਾਨੰਦ ਦਾ ਪਾਵਨ ਸ਼ਬਦ ਕਿਤੇ ਪੜ੍ਹੀਏ ਨਾ, ਬੜੀ ਸੁਖੈਣ ਵਿਆਖਿਆ ਭਗਤ ਰਾਮਾਨੰਦ ਜੀ ਨੇ ਕੀਤੀ ਹੈ। ਕਹਿਣ ਲੱਗੇ ਮੇਰੇ ਮਨ ਦੇ ਵਿੱਚ ਚਾਹ ਪੈਦਾ ਹੋਇਆ ਕਿ ਮੈਂ ਵੀ ਜਾ ਕੇ ਪੂਜਾ ਕਰਾਂ। ਏਕ ਦਿਵਸ ਮਨ ਭਈ ਉਮੰਗ, ਮੇਰੇ ਵੀ ਮਨ ਵਿੱਚ ਖਿਆਲ ਆਇਆ ਕਿ ਮੈਂ ਵੀ ਜਾ ਕੇ ਪੂਜਾ ਕਰਾਂ। ਲੋਕ ਵੀ ਪੂਜਾ ਕਰ ਰਹੇ ਨੇ, ਕਸ ਚੰਦਨ ਚੋਆ ਬਹੁਤ ਸੁਗੰਧ। ਕਹਿੰਦੇ ਮੈਂ ਵੀ ਕਈ ਤਰ੍ਹਾਂ ਦੀ ਸਮੱਗਰੀ ਇਕੱਠੀ ਕਰ ਲਈ, ਪਰ ਸਮਝ ਆ ਗਈ ਕਿ ਜਿਹੜੇ ਕਰਮ ਲੋਕ ਕਰ ਰਹੇ ਨੇ ਉਹ ਕਰਮਾਂ ਨਾਲ ਰੱਬ ਨਹੀਂ ਮਿਲਦਾ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਕਹਿੰਦੇ ਮੈਨੂੰ ਤੇ ਪੂਰਾ ਸਤਿਗੁਰੂ ਮਿਲ ਪਿਆ, ਜਿਨੇ ਮੇਰੇ ਸਾਰੇ ਭੁਲੇਖੇ ਦੂਰ ਕਰ ਦਿੱਤੇ। ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਕਹਿੰਦੇ ਹੁਣ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਘਰੇ ਹੀ ਆਨੰਦ ਬਣ ਗਿਆ। ਵੇਦ ਪੁਰਾਣ ਸਭ ਦੇਖੇ ਜੋਏ, ਊਹਾਂ ਤੋਂ ਜਾਈਏ ਜਾਂ ਈਹਾਂ ਨਾ ਹੋਏ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਕਹਿੰਦੇ ਗੁਰੂ ਨੇ ਮਿਹਰ ਕਰਕੇ ਮੇਰੇ ਭੁਲੇਖੇ ਸਨ ਉਹ ਦੂਰ ਕੀਤੇ। ਆਖਿਆ ਠਾਕੁਰ ਦੀ ਪੂਜਾ ਕਿਤੇ ਬਾਹਰ ਨਹੀਂ ਹੋਣੀ, ਅੰਦਰੇ ਯਾਦ ਕਰ, ਅੰਦਰ ਹੀ ਤੇਰੇ ਅੰਦਰ ਵਸ ਰਿਹਾ ਹੈ। ਕਵਣ ਸੋ ਵਿਦ ਜਿਤ ਭਵ ਜਲ ਤਰੋਂ। ਕਹਿੰਦੇ ਕਿਹੜੀ ਉਹ ਵਿਧੀ ਹੈ ਜਿਹਦੇ ਨਾਲ ਮੈਂ ਇਸ ਭਵਜਲ ਸਾਗਰ ਤੋਂ ਪਾਰ ਹੋਵਾਂ। ਕਵਣ ਤਪ ਜਿਤ ਤਪਿਆ ਹੋਏ। ਕਹਿਣ ਲੱਗੇ ਮੈਂ ਕਿਹੜਾ ਤਪ ਕਰਾਂ ਜਿਹਦੇ ਨਾਲ ਮੈਂ ਵੱਡਾ ਤਪੀਆ ਬਣ ਜਾਵਾਂ, ਪਰਮੇਸ਼ਰ ਨੂੰ ਚੰਗਾ ਲੱਗਣ ਲੱਗ ਪਵਾਂ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਬਹੁਤ ਸਾਰੇ ਤਪ ਜਿਹੜੇ ਸਨ ਲੋਕਾਂ ਨੇ ਕੀਤੇ। ਤਪ ਦਾ ਮਤਲਬ ਹੈ ਸਰੀਰ ਨੂੰ ਕਸ਼ਟ ਦੇਣੇ, ਪਰ ਬਾਣੀ ਨੇ ਬਿਲਕੁਲ ਇਹਨਾਂ ਕੰਮਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ, ਮਹਾਰਾਜ ਨੇ ਵਰਜਿਆ। ਬੜੇ ਪਿਆਰੇ ਬਚਨ ਆਪਾਂ ਪੜ੍ਹਦੇ ਹਾਂ ਬਾਬਾ ਫਰੀਦ ਸਾਹਿਬ ਜੀ ਦੇ। ਉਹ ਕਹਿਣ ਲੱਗੇ ਮੈਂ ਸੁੰਦਰ ਕੰਬਲ ਰੇਸ਼ਮੀ
ਉਹਨੂੰ ਪਾੜ ਕੇ ਲੀਰਾਂ ਦੀ ਗੋਦੜੀ ਬਣਾ ਲਵਾਂ ਜੇ ਮੈਨੂੰ ਰੱਬ ਮਿਲ ਪਵੇ। ਤੇ ਫਿਰ ਆਖਿਆ ਮੈਂ ਤਨ ਨੂੰ ਤਪਾਵਾਂ ਜੇ ਮੈਨੂੰ ਪਰਮੇਸ਼ਰ ਮਿਲ ਪਵੇ। ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉੱਥੇ ਨਾਲ ਉੱਤਰ ਦਿੱਤਾ, ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ। ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ। ਘਰ ਹੀ ਬੈਠਿਆਂ ਸ਼ੌ ਮਿਲੇ ਜੇ ਨੀਅਤ ਰਾਸ ਕਰੇ। ਕਹਿਣ ਲੱਗੇ ਸਰੀਰ ਨੂੰ ਕਸ਼ਟ ਦੇਣ ਨਾਲ ਪਰਮੇਸ਼ਰ ਨੇ ਖੁਸ਼ ਨਹੀਂ ਹੋਣਾ। ਇਸ ਕਰਕੇ ਹਿਰਦੇ ਘਰ ਦੇ ਅੰਦਰ ਪਿਆਰ ਪੈਦਾ ਕਰਨਾ ਪਵੇਗਾ। ਤਨ ਨੂੰ ਤਪਾਇਆ ਰੱਬ ਨਹੀਂ ਮਿਲਦਾ, ਪਰ ਬਹੁਤ ਲੋਕ ਤਨ ਨੂੰ ਤਪਾ ਰਹੇ ਨੇ, ਧੂਣੀਆਂ ਤਾਪ ਰਹੇ ਨੇ, ਕਈ ਜਲ ਧਾਰੇ ਕਰਦੇ ਕਿ ਮਸਾਣਾਂ ਦੇ ਵਿੱਚ ਬੈਠੇ ਹੋਏ ਨੇ ਤਨ ਨੂੰ ਕਸ਼ਟ ਦੇਣ ਵਾਸਤੇ। ਤੇ ਸਤਿਗੁਰੂ ਅਗਲੇ ਬੰਦ ਵਿੱਚ ਬਖਸ਼ਿਸ਼ ਕਰਦੇ, ਕਵਣ ਸੋ ਨਾਮ ਹਉਮੈ ਮਲ ਖੋਏ। ਵਾਹਿਗੁਰੂ ਜੀ ਤੇਰਾ ਕਿਹੜਾ ਨਾਮ ਹੈ ਜਿਹਨੂੰ ਜਪਣ ਦੇ ਨਾਲ ਮੇਰੀ ਹਉਮੈ ਵਾਲੀ ਮੈਲ ਜਿਹੜੀ ਹੈ ਦੂਰ ਹੋ ਜਾਏ। ਕਿਉਂਕਿ ਬੇਅੰਤ ਨਾਮ ਨੇ ਰੱਬ ਦੇ, ਕੀਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਤਬ ਸਰਬ ਨਾਮ ਕਥੈ ਕਵਣ, ਕਰਮ ਨਾਮ ਵਰਨਤ ਸਮਤ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਤੁਹਾਡੇ ਸਾਰੇ ਨਾਮ ਕੌਣ ਬਿਆਨ ਕਰ ਸਕਦਾ। ਤੁਹਾਡੀ ਦਿੱਤੀ ਸਮਤ ਦੇ ਨਾਲ ਤੁਹਾਡੇ ਕੁਝ ਕਰਮ ਨਾਮ ਅਸੀਂ ਲੈਨੇ ਆ। ਕਹਿਣ ਲੱਗੇ ਮੈਂ ਕਿਹੜਾ ਨਾਮ ਲਵਾਂ ਜਿਹਦੇ ਨਾਲ ਮੇਰੀ ਹਉਮੈ ਦੂਰ ਹੋ ਜਾਏ। ਹੁਣ ਇੱਥੋਂ ਤੱਕ ਸਾਰੇ ਸਵਾਲ ਜਿਹੜੇ ਨੇ ਉਹ ਹਜ਼ੂਰ ਨੇ ਕੀਤੇ ਨੇ। ਕਿਹੜਾ ਰੂਪ ਅਰਾਧਾਂ, ਕਿਹੜਾ ਜੋਗ ਕਰਾਂ, ਕਿਹੜੇ ਗੁਣ ਗਾਵਾਂ, ਕਿਹੜੇ ਬੋਲ ਬੋਲਾਂ, ਕਿਵੇਂ ਪੂਜਾ ਕਰਾਂ, ਕਿਹੜੀ ਵਿਧੀ ਨਾਲ ਇਸ ਭਵਜਲ ਸਾਗਰ ਨੂੰ ਤਰਾਂ, ਕਿਹੜਾ ਤਪ ਕਰਾਂ, ਕਿਹੜਾ ਨਾਮ ਲਵਾਂ। ਇਹ ਸਾਰੇ ਸਵਾਲ ਜਿਹੜੇ ਨੇ ਇਹ ਮਹਾਰਾਜ ਨੇ ਇੱਥੇ ਕੀਤੇ ਨੇ। ਤੇ ਆਖਰੀ ਬੰਦ ਦੇ ਅੰਦਰ ਫਿਰ ਮਹਾਰਾਜ ਇਹਨਾਂ ਸਾਰੇ ਸਵਾਲਾਂ ਦਾ ਉੱਤਰ ਵੀ ਦਿੰਦੇ ਨੇ। ਕਹਿਣ ਲੱਗੇ ਉਸ ਮਨੁੱਖ ਨੂੰ ਫਿਰ ਸਮਝ ਆ ਜਾਂਦੀ, ਸੋਝੀ ਆ ਜਾਂਦੀ ਹੈ ਕਿਹੜੇ ਬੋਲ ਬੋਲਣੇ ਨੇ, ਕਿਹੜਾ ਜਪ ਕਰਨਾ ਹੈ, ਕਿਹੜਾ ਤਪ ਕਰਨਾ, ਪੂਜਾ ਕਿਵੇਂ ਕਰਨੀ ਹੈ। ਇਸ ਸਭ ਕੁਝ ਦੀ ਸੋਝੀ ਉਹਨੂੰ ਆਉਂਦੀ ਹੈ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ। ਗੁਰੂ ਨਾਨਕ ਸਾਹਿਬ ਜੀ ਪੰਜਵੇਂ ਸਰੂਪ ਦੇ ਵਿੱਚ ਇੱਥੇ ਬੇਨਤੀ ਕਰਦੇ ਨੇ, ਹੇ ਨਾਨਕ ਉਸ ਮਨੁੱਖ ਦੇ ਗਾਏ ਹੋਏ ਗੁਣ, ਉਹਦੀ ਕੀਤੀ ਹੋਈ ਪੂਜਾ, ਉਹਦਾ ਲਿਆ ਹੋਇਆ ਗਿਆਨ, ਉਹਦਾ ਧਰਿਆ ਧਿਆਨ ਸਕਾਰਥਾ ਹੈ, ਲੇਖੇ ਵਿੱਚ ਪੈ ਜਾਂਦਾ ਏ। ਕਿਹਦਾ? ਜਿਸ ਕਰ ਕਿਰਪਾ ਸਤਿਗੁਰ ਮਿਲੈ ਦਿਆਲ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਨਾਲ ਜਿਹਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ, ਦਿਆਲੂ ਕਿਰਪਾਲੂ ਸਤਿਗੁਰੂ ਜਿਹਨੂੰ ਮਿਲ ਪਿਆ, ਉਹਨੂੰ ਸਮਝ ਆ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਕਿਹੜੀ ਪੂਜਾ ਕਰਨੀ ਹੈ, ਉਹਨੂੰ ਸਮਝ ਆ ਜਾਂਦੀ ਹੈ ਕਿ ਕਿਵੇਂ ਪਰਮੇਸ਼ਰ ਨੂੰ ਸਿਮਰਨਾ, ਕਿਵੇਂ ਚੇਤੇ ਕਰਨਾ ਹੈ। ਤੇ ਸਾਧ ਸੰਗਤ ਗੁਰੂ ਰਹਿਮਤ ਕਰਕੇ ਸਮਝਾਉਂਦਾ ਏ ਕਿ ਭਲਿਆ ਐਵੇਂ ਕਿਤੇ ਵਿਅਰਥ ਚੱਕਰਾਂ ਵਿੱਚ ਨਾ ਤੁਰਿਆ ਫਿਰੀ। ਗੁਰੂ ਸਮਝਾਉਂਦਾ ਏ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਇਹ ਗੁਰੂ ਨੇ ਸਮਝਾ ਦਿੱਤਾ। ਕਹਿੰਦੇ ਕੋਈ ਲੋੜ ਨਹੀਂ ਜਾ ਕੇ ਜੰਗਲਾਂ ਵਿੱਚ ਭਟਕਣ ਦੀ, ਉਹ ਤੇ ਤੇਰੇ ਨਾਲ ਹੀ ਵਸ ਰਿਹਾ ਹੈ, ਨਾਲ ਹੀ ਹੈ। ਪਰ ਮਨੁੱਖ ਜਿੰਨੀ ਦੇਰ ਗੁਰੂ ਦੀ ਸ਼ਰਨ ਨਹੀਂ ਪੈਂਦਾ ਭਟਕਦਾ ਰਹਿੰਦਾ ਹੈ। ਪੰਚਮ ਪਾਤਸ਼ਾਹ ਦੇ ਬਚਨ ਨੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁੱਟ ਕੇ ਉਹ ਅਧਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਬੜੇ ਕਰਮ ਕਰਦਾ ਬੰਦਾ, ਜਦੋਂ ਥੱਕ ਜਾਂਦਾ, ਹਾਰ ਜਾਂਦਾ, ਗੁਰੂ ਦੇ ਦਰ ਤੇ ਆ ਕੇ ਟਹਿ ਪੈਂਦਾ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਬਵੇਕਾ।
ਕਹਿੰਦੇ ਹੁਣ ਮੈਂ ਸਵਾਮੀ ਦੇ ਸਤਿਗੁਰੂ ਦੇ ਦਰ ਤੇ ਆ ਕੇ ਢਹਿ ਪਿਆ। ਹੇ ਸਤਿਗੁਰੂ, ਤੂੰ ਆਪ ਕਿਰਪਾ ਕਰਕੇ ਮੈਨੂੰ ਸਮਤ ਬਖਸ਼। ਮੈਂ ਤੇ ਬਹੁਤ ਕਰਮ ਕਰਦਾ ਰਿਹਾ। ਮੋਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੇ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲੱਖ ਯਤਨ ਕਰਾਏ। ਕਹਿੰਦੇ ਮੈਂ ਤੇ ਤੀਰਥਾਂ ਦੇ ਕੰਢੇ ਜਾ ਕੇ ਆਪਣਾ ਆਖਰੀ ਸਮਾਂ ਵੀ ਗੁਜ਼ਾਰਿਆ, ਸਿਰ ਤੇ ਆਰੇ ਵੀ ਚਲਾ ਲਏ, ਭੁੱਖੇ ਰਹਿ ਕੇ ਨੰਗੇ ਰਹਿ ਕੇ ਵੇਖਿਆ, ਪਰ ਗੱਲ ਬਣੀ ਨਹੀਂ। ਜੋਗੀਆਂ ਵਾਲੇ ਆਸਨ ਵੀ ਕੀਤੇ, ਘਰ ਵਾਲੀ, ਬੱਚੇ, ਪਰਿਵਾਰ, ਭੂਮੀ, ਘੋੜੇ, ਹਾਥੀ ਸਭ ਕੁਝ ਦਾਨ ਕਰਕੇ ਵੀ ਵੇਖ ਲਿਆ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ, ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦਵਾਰਾ। ਇਹ ਸਾਰੇ ਕਰਮ ਕੀਤੇ ਮਹਾਰਾਜ। ਤੇ ਆਖਰੀ ਬੰਦ ਵਿੱਚ ਸਾਹਿਬ ਬਖਸ਼ਿਸ਼ ਕਰਦੇ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਗੁਰਦੇਵ ਨੇ ਬਖਸ਼ਿਸ਼ ਕਰਕੇ ਸਮਝਾਇਆ, ਕਹਿਣ ਲੱਗੇ ਮਨ ਮਤ ਕਰਿਆ ਪਰਮੇਸ਼ਰ ਖੁਸ਼ ਨਹੀਂ ਹੋਏਗਾ। ਜੇ ਸੱਚਮੁੱਚ ਉਹਦੀ ਖੁਸ਼ੀ ਲੈਣੀ ਹੈ ਨਾ, ਤੇ ਸਾਧ ਸੰਗਤ ਵਿੱਚ ਬੈਠ ਕੇ ਉਹਦੀ ਕੀਰਤੀ ਕਰਿਆ ਕਰ। ਅੱਜ ਦੇ ਵਿਚਾਰਧੀਨ ਸ਼ਬਦ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਪੂਰਾ ਗੁਰੂ ਜਿਸ ਨੂੰ ਮਿਲ ਪੈਂਦਾ, ਉਹਨੂੰ ਸਮਝ ਆ ਜਾਂਦੀ ਹੈ ਕਿ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਦਾ ਪਾਤਰ ਮੈਂ ਕਿਵੇਂ ਬਣਨਾ ਹੈ। ਕਹਿੰਦੇ ਉਹਦੇ ਸਾਰੇ ਭਟਕਣਾ ਵਾਲੇ ਕਰਮ ਮੁੱਕ ਜਾਂਦੇ ਨੇ। ਗੁਰੂ ਨੇ ਸਮਝਾ ਦਿੱਤਾ, ਕਾਹੇ ਰੇ ਬਨ ਖੋਜਣ ਜਾਈ। ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਪੁਹਪ ਮਦ ਜੋ ਬਾਸ ਬਸਤ ਹੈ, ਮੁਕਰ ਮਹ ਜੈਸੇ ਸ਼ਾਈ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਗੁਰੂ ਨੇ ਸਮਝਾ ਦਿੱਤਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਅੰਦਰ ਖੋਜਣਾ ਸੀ, ਆਪਣੇ ਅੰਦਰ ਜਾਣਨਾ ਸੀ, ਜਾਣਿਆ ਨਹੀਂ। ਦੁਨੀਆਦਾਰੀ ਦੇ ਕਰਮ ਕਰਦਾ ਰਿਹਾ, ਜਿਵੇਂ ਕਿਸੇ ਨੇ ਦੱਸਿਆ ਉਵੇਂ ਮਗਰ ਲੱਗ ਤੁਰਿਆ। ਬਾਬਾ ਕਬੀਰ ਸਾਹਿਬ ਕਹਿੰਦੇ, ਜੇ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ। ਸੱਚਮੁੱਚ ਇੱਥੇ ਮਨ ਮਤ ਕਰਨ ਵਾਲਿਆਂ ਦੀਆਂ ਤੇ ਭੀੜਾਂ ਇਕੱਠੀਆਂ ਹੋ ਜਾਂਦੀਆਂ ਨੇ। ਮਨ ਮਤ ਕਰਨ ਵਾਲੇ ਹਜ਼ਾਰਾਂ ਲੋਕ ਤੁਹਾਨੂੰ ਮਿਲਣਗੇ। ਉਹਨਾਂ ਵੱਲ ਵੇਖ ਕੇ ਤੁਹਾਨੂੰ ਇਹ ਸ਼ੱਕ ਹੋਏਗਾ ਕਿ ਸ਼ਾਇਦ ਜਿਹੜੇ ਇਹ ਕਰਮ ਕਰ ਰਹੇ ਨੇ, ਇਹ ਠੀਕ ਕਰ ਰਹੇ ਨੇ, ਤੇ ਇਹਨਾਂ ਤੇ ਰੱਬ ਬੜਾ ਪ੍ਰਸੰਨ ਹੈ, ਬੜਾ ਖੁਸ਼ ਹੈ, ਮੈਂ ਵੀ ਇਹ ਕਰਮ ਕਰਾਂ। ਪਰ ਬਾਬਾ ਕਬੀਰ ਸਾਹਿਬ ਕਹਿੰਦੇ, ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹਿਓ ਕਬੀਰ। ਕਹਿੰਦੇ ਮਨ ਮਤ ਛੱਡ ਕੇ ਗੁਰਮਤਿ ਤੇ ਪਹਿਰਾ ਦੇਣਾ, ਗੁਰੂ ਦੇ ਦੱਸੇ ਮਾਰਗ ਤੇ ਤੁਰਨਾ, ਇਹ ਬੜਾ ਔਖਾ ਕੰਮ ਹੈ, ਬੜਾ ਔਖਾ ਕੰਮ ਹੈ। ਇੱਧਰ ਕੋਈ ਵਿਰਲਾ ਹੀ ਪੈਰ ਪਾਉਂਦਾ ਏ। ਬਾਣੀ ਦੇ ਵਿੱਚ ਗੁਰਬਾਣੀ ਪੜ੍ਹਨ ਦੀ ਜਿਹੜੀ ਜੁਗਤ ਮਹਾਰਾਜ ਨੇ ਸਮਝਾਈ ਹੈ, ਦੁਨੀਆ ਉਹਨੂੰ ਮੰਨਣ ਵਾਸਤੇ ਤਿਆਰ ਨਹੀਂ। ਤੇ ਬਹੁਤ ਉਗਤੀਆਂ ਜੁਗਤੀਆਂ ਆਪਣੇ ਕੋਲੋਂ ਦੱਸੀਆਂ ਗਈਆਂ ਕਿ ਫਲਾਣਾ ਸ਼ਬਦ ਇਸ ਢੰਗ ਨਾਲ ਪੜ੍ਹਨਾ ਹੈ, ਫਲਾਣੀ ਬਾਣੀ ਇਸ ਢੰਗ ਨਾਲ ਪੜ੍ਹਨੀ, ਇਸ ਵਿਧੀ ਨਾਲ ਪੜ੍ਹਨੀ ਹੈ, ਤਾਂ ਗੁਰੂ ਪ੍ਰਸੰਨ ਹੋਏਗਾ, ਪਰਮੇਸ਼ਰ ਪ੍ਰਸੰਨ ਹੋਏਗਾ। ਬਹੁਤ ਵਿਧੀਆਂ ਜੁਗਤੀਆਂ ਲੋਕਾਂ ਨੂੰ ਦੱਸੀਆਂ ਗਈਆਂ ਮਨੁੱਖਾਂ ਦੁਆਰਾ, ਤੇ ਲੋਕ ਉਹਨਾਂ ਵਿਧੀਆਂ ਜੁਗਤੀਆਂ ਵਿੱਚ ਲੱਗੇ ਵੀ ਹੋਏ ਨੇ। ਪਰ ਜੋ ਜੁਗਤ ਗੁਰੂ ਨੇ ਸਮਝਾਈ ਹੈ, ਉਹ ਜੁਗਤ ਕਿਸੇ ਨੇ ਅਪਣਾਈ ਨਹੀਂ। ਗੁਰੂ ਨੇ ਬੜੀ ਪਿਆਰੀ ਜੁਗਤ ਦੱਸੀ, ਗਾਵੀਐ ਸੁਣੀਐ ਮਨ ਰੱਖੀਏ ਭਾਓ। ਕਹਿੰਦੇ ਬਾਣੀ ਨੂੰ ਗਾ, ਬਾਣੀ ਨੂੰ ਸੁਣ, ਤੇ ਮਨ ਦੇ ਵਿੱਚ ਪ੍ਰੇਮ ਨਾਲ ਵਸਾ ਲੈ। ਕਹਿਣ ਲੱਗੇ ਫਿਰ ਬਖਸ਼ਿਸ਼ ਤੇਰੇ ਤੇ ਹੋਏਗੀ। ਗਾਵੀਐ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਦੁੱਖ ਦੂਰ ਹੋ ਜਾਣਗੇ ਜ਼ਿੰਦਗੀ ਵਿੱਚੋਂ, ਸੁੱਖ ਭਲਿਆ ਤੇਰੇ ਘਰ ਦੇ ਵਿੱਚ ਆਉਣਗੇ। ਤੇ ਜਿਹੜੇ ਲੋਕ ਦੁਨਿਆਵੀ ਤੌਰ ਤੇ ਕਰਮ ਕਰ ਰਹੇ ਸਨ, ਸਤਿਗੁਰੂ ਨੇ ਉਹਦਾ ਫੈਸਲਾ ਵੀ ਕੀ ਕਰ ਦਿੱਤਾ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਣ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਕਹਿੰਦੇ ਜਿੰਨੇ ਵੀ ਹੋਰ ਕਰਮ ਨੇ ਨਾ,
ਉਹਨਾਂ ਦਾ ਕੋਈ ਬਹੁਤਾ ਲਾਭ ਨਹੀਂ। ਪਰ ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਸੁਣ ਲਿਆ, ਮੰਨ ਲਿਆ ਤੇ ਮਨ ਵਿੱਚ ਵਸਾ ਲਿਆ, ਉਹਨਾਂ ਦੇ ਅੰਦਰ ਹੀ ਤੀਰਥ ਬਣ ਜਾਂਦਾ। ਉਹਨਾਂ ਨੂੰ ਕਿਤੇ ਬਾਹਰ ਭਟਕਣ ਦੀ ਲੋੜ ਹੀ ਨਹੀਂ ਪੈਂਦੀ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਜਿਹਨੂੰ ਪੂਰਾ ਗੁਰੂ ਮਿਲ ਪਿਆ ਉਹਨੂੰ ਸਮਝ ਆਉਂਦੀ ਹੈ। ਤਿਸ ਹੀ ਗੁਣ ਤਿਨ ਹੀ ਪ੍ਰਭ ਜਾਤਾ, ਕਹਿੰਦੇ ਉਹਦੇ ਗੁਣ ਗਾਏ ਸਫਲ ਨੇ, ਉਹੀ ਪ੍ਰਭੂ ਨੂੰ ਜਾਣ ਲੈਂਦਾ ਏ। ਜਿਸ ਕੀ ਮਾਣ ਲੈ ਸੁਖ ਦਾਤਾ, ਜਿਹਨੂੰ ਪੂਰਾ ਗੁਰੂ ਮਿਲਿਆ, ਜਿਹਦੀ ਅਰਜ਼ੋਈ ਜਿਹਦੀ ਅਰਦਾਸ ਪਰਮੇਸ਼ਰ ਸੁਆਮੀ ਨੇ ਸੁਣ ਲਈ, ਉਹਨੂੰ ਸਮਝ ਆ ਜਾਂਦੀ ਹੈ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹਨੂੰ ਸਮਝ ਆ ਗਈ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹਨੂੰ ਸਮਝ ਆ ਗਈ ਕਿ ਪਰਮੇਸ਼ਰ ਤੇ ਸਾਰਿਆਂ ਘਟਾਂ ਵਿੱਚ ਵਿਆਪਕ ਹੈ, ਕਿਸੇ ਖਾਸ ਥਾਂ ਤੇ ਨਹੀਂ ਬੈਠਾ ਹੋਇਆ, ਕਿਸੇ ਖਾਸ ਦਿਸ਼ਾ ਦਾ ਕੋਈ ਭਰਮ ਨਹੀਂ ਹੈ, ਕਿਸੇ ਖਾਸ ਨਾਮ ਨਾਲ ਉਹਨੂੰ ਚੇਤੇ ਕਰੀਏ ਤੇ ਖੁਸ਼ ਨਹੀਂ ਹੁੰਦਾ। ਗੱਲ ਤੇ ਭਾਵਨਾ ਦੀ ਹੈ। ਮਿਥਿਹਾਸ ਨੂੰ ਪੜ੍ਹੀਏ, ਇੱਕ ਸਾਖੀ ਮਿਲਦੀ ਹੈ। ਇੱਕ ਹਾਥੀ ਜਿਹੜਾ ਸੀ ਨਾ, ਉਹ ਤੰਦੂਏ ਦੇ ਜਾਲ ਵਿੱਚ ਗਰਸਿਆ ਗਿਆ। ਕਹਿੰਦੇ ਹਾਥੀ ਨੇ ਅਰਦਾਸ ਕੀਤੀ ਤੇ ਪਰਮੇਸ਼ਰ ਨੇ ਬੌੜੀ ਕੀਤੀ, ਉਹਦੇ ਜਾਲ ਕੱਟੇ। ਤੇ ਹੁਣ ਤੁਸੀਂ ਸੋਚੋਗੇ ਵੀ ਹਾਥੀ ਨੇ ਅਰਦਾਸ ਕਿਵੇਂ ਕਰ ਲਈ? ਅਰਦਾਸ ਤੇ ਅਸੀਂ ਕਰਦੇ ਹਾਂ, ਸਾਨੂੰ ਕਰਨੀ ਆਉਂਦੀ ਹੈ, ਅਸੀਂ ਸਾਰੀ ਅਰਦਾਸ ਸਿੱਖੀ ਹੋਈ ਹੈ, ਸਾਰੇ ਬੋਲ ਅਸੀਂ ਰਟੇ ਹੋਏ ਨੇ। ਹਾਥੀ ਨੇ ਕਿਹੜੀ ਅਰਦਾਸ ਕਰ ਲਈ? ਸਾਧ ਸੰਗਤ, ਉਹ ਅਰਦਾਸ ਜਿਹੜੀ ਮਨ ਦੀ ਬੇਬਲਤਾ ਭਾਵਨਾ ਦੀ ਅਰਦਾਸ, ਤੇ ਮਾਂ ਦੇ ਉਦਰ ਦੇ ਵਿੱਚ ਬੱਚਾ ਜਿਹੜਾ ਹੈ ਨਾ, ਉਹ ਵੀ ਅਰਦਾਸ ਕਰਦਾ ਹੈ। ਉਹਦੇ ਕੋਲ ਕੋਈ ਬੋਲ ਨਹੀਂ, ਪਰ ਉਹਦੀ ਭਾਵਨਾ। ਮਹਾਰਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਭਾਵਨਾ ਅੰਦਰ ਤੇਰੇ ਬਣ ਜਾਏ, ਅੰਦਰ ਤੇਰੇ ਪ੍ਰੇਮ ਪੈਦਾ ਹੋ ਜਾਏ ਗੁਰੂ ਦੀ ਮਿਹਰ ਦੇ ਨਾਲ, ਤਾਂ ਹੀ ਤੂੰ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋਏਗਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਗਿਣਤੀਆਂ ਮਿਣਤੀਆਂ ਦੇ ਨਾਲ ਬਾਣੀ ਨੂੰ ਮੰਤਰਾਂ ਦੀ ਤਰ੍ਹਾਂ ਜਾਪ ਕੀਤਾ, ਸਤਿਗੁਰੂ ਉਹਨਾਂ ਤੇ ਪ੍ਰਸੰਨ ਨਹੀਂ ਹੋਣੇ। ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਲਿਆ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਪਰਮੇਸ਼ਰ ਸਤਿਗੁਰੂ ਉਹਨਾਂ ਤੇ ਪ੍ਰਸੰਨ ਹੋਏਗਾ ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਕਮਾ ਲਿਆ, ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਮੰਨ ਲਿਆ। ਮਨ ਮਤ ਨੂੰ ਛੱਡ ਕੇ ਜਿਹੜੇ ਗੁਰਮਤ ਦੇ ਧਾਰਨੀ ਬਣੇ ਨੇ, ਉਹਨਾਂ ਦੀ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਸਤਿਗੁਰੂ ਰਹਿਮਤ ਕਰਨ, ਆਪਾਂ ਵੀ ਯਤਨ ਕਰੀਏ ਆਪਣੀ ਜ਼ਿੰਦਗੀ ਦੇ ਅੰਦਰੋਂ ਮਨ ਮਤ ਨੂੰ ਛੱਡ ਕੇ ਗੁਰਮਤ ਦੇ ਧਾਰਨੀ ਬਣੀਏ। ਜੋ ਜੁਗਤ ਮਹਾਰਾਜ ਨੇ ਬਾਣੀ ਵਿੱਚ ਦੱਸੀ ਹੈ, ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇਸ ਜੁਗਤ ਦੇ ਧਾਰਨੀ ਬਣ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਸਮਾਂ ਚੱਲ ਰਿਹਾ ਹੈ ਕਰੋਨਾ ਵਾਇਰਸ ਦਾ, ਇਸ ਸਮੇਂ ਦਰਮਿਆਨ ਸਭ ਲੋਕ ਆਪਣੇ ਆਪਣੇ ਘਰਾਂ ਵਿੱਚ ਬੈਠੇ ਹੋਏ ਨੇ, ਤੇ ਘਰਾਂ ਦੇ ਵਿੱਚ ਬੈਠ ਕੇ ਸਮਾਂ ਜਿਹੜਾ ਹੈ ਨਾ, ਉਹਨੂੰ ਸਾਧ ਸੰਗਤ ਆਪਾਂ ਸਫਲਾ ਕਰੀਏ। ਉਹ ਸਮਾਂ ਸਫਲਾ ਕਿਵੇਂ ਹੋਵੇਗਾ? ਗੁਰਬਾਣੀ ਨਾਲ ਜੁੜ ਕੇ, ਗੁਰ ਇਤਿਹਾਸ ਨੂੰ ਪੜ੍ਹ ਕੇ ਆਪਾਂ ਸਮਾਂ ਸਫਲਾ ਕਰ ਸਕਦੇ ਹਾਂ। ਵੈਸੇ ਤੇ ਜੇ ਕਿਸੇ ਨੂੰ ਕਹੀਏ ਤੂੰ ਬਾਣੀ ਪੜ੍ਹਿਆ ਕਰ, ਕੋਈ ਗੁਰ ਇਤਿਹਾਸ ਦੀ ਕਿਤਾਬ ਪੜ੍ਹ, ਉਹ ਕਹਿੰਦਾ ਮੇਰੇ ਕੋਲ ਸਮਾਂ ਹੈ ਨਹੀਂ, ਮੈਂ ਪੜ੍ਹ ਨਹੀਂ ਸਕਦਾ, ਸਮੇਂ ਦੀ ਬੜੀ ਘਾਟ ਹੈ। ਪਰ ਵੇਖੋ ਕੁਦਰਤੀ ਤੌਰ ਤੇ ਕੈਸਾ ਵਰਤਾਰਾ ਵਾਪਰਿਆ।
ਜਿਹੜੇ ਲੋਕ ਕਹਿੰਦੇ ਸਨ ਸਾਡੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਘਾਟ ਹੈ, ਸਾਡੇ ਕੋਲ ਤੇ ਸਿਰ ਖੁਰਕਣ ਦਾ ਵੇਲ ਨਹੀਂ ਹੈ, ਤੇ ਕਈ ਤਾਂ ਦੁਖੀ ਹੋ ਕੇ ਕਹਿੰਦੇ ਸਨ ਸਾਡੇ ਕੋਲ ਤੇ ਮਰਨ ਦਾ ਵੇਲ ਨਹੀਂ ਹੈ। ਅੱਜ ਸਾਰੇ ਵਿਹਲੇ ਹੋ ਕੇ ਘਰਾਂ ਵਿੱਚ ਬੈਠੇ ਨੇ, ਤੇ ਮੈਂ ਬੇਨਤੀ ਕਰਾਂ ਇਹ ਸਮਾਂ ਆਪਾਂ ਸਫਲਾ ਕਰੀਏ, ਆਪਣੇ ਘਰਾਂ ਦੇ ਅੰਦਰ ਬਾਣੀ ਦੇ ਸਹਿਜ ਪਾਠ ਕਰੀਏ, ਬਾਣੀ ਨੂੰ ਅਰਥਾਂ ਸਮੇਤ ਪੜ੍ਹੀਏ, ਗੁਰ ਇਤਿਹਾਸ ਨੂੰ ਪੜ੍ਹੀਏ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇੰਟਰਨੈਟ ਦਾ ਯੁੱਗ ਹੈ। PDF ਕਿਤਾਬਾਂ ਜਿਹੜੀਆਂ ਨੇ ਇੰਟਰਨੈਟ ਤੋਂ ਅਸੀਂ ਡਾਊਨਲੋਡ ਕਰ ਸਕਦੇ ਹਾਂ। ਬਹੁਤ ਸਾਰੀਆਂ ਕਿਤਾਬਾਂ ਇਤਿਹਾਸਕ ਸਰੋਤ ਜਿਹੜੇ ਨੇ ਮੁਹੱਈਆ ਹੋਏ ਨੇ, ਸੋ ਅਸੀਂ ਉਹਦਾ ਲਾਭ ਲੈਣਾ ਹੈ। ਇਹ ਸਮੇਂ ਨੂੰ ਅਸੀਂ ਗੁਰੂ ਚਰਨਾਂ ਨਾਲ ਜੁੜ ਕੇ ਸਫਲਾ ਕਰਨਾ ਹੈ, ਅਤੇ ਅਰਦਾਸ ਵੀ ਗੁਰੂ ਕੇ ਚਰਨਾਂ ਵਿੱਚ ਕਰਨੀ ਹੈ। ਮਹਾਰਾਜ ਸਮੁੱਚੇ ਵਿਸ਼ਵ ਦੇ ਜੀਆਂ ਦਾ ਭਲਾ ਕਰਨ, ਇਹ ਅਰਦਾਸ ਗੁਰੂ ਕੇ ਚਰਨਾਂ ਵਿੱਚ ਕਰਨੀ ਹੈ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲਿਹੋ ਵਾਰ। ਸਤਿਗੁਰੂ ਰਹਿਮਤ ਕਰਨ ਸਭਨਾਂ ਦਾ ਭਲਾ, ਚਰਨਾਂ ਦੀ ਪ੍ਰੀਤ ਸਭਨਾਂ ਨੂੰ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ।